कबीर ए तन जाएगा कवनै मार्ग लाए। कह संगत कर साधकी कह हर कै गुण गाए। सूरा सो पहचानिए जो लरै दीन कै हेत। पुरजा पुरजा कट मरै कबहू न छाड़ै खेत। गगन दमामा बाजयो परयो निशानै घाओ। खेत जो मांड्यो सूरमा अब जूझण को दाओ। परम सन्मानयोग धन धन शब्द गुरु श्री गुरु ग्रंथ साहब जी की पावन गोद विच जुड़ बैठी हुई गुरु प्यारी साध संगत जीओ। किसानी अंदोलन जो लगातार 1 साल 13 दिन दिल्ली के ਵੱਖ-ਵੱਖ ਬਾਰਡਰਾਂ ਤੇ ਚੱਲਿਆ ਹੈ। ਇਹਨਾਂ 1 ਸਾਲ 13 ਦਿਨਾਂ ਦੇ ਵਿੱਚ ਅਨੇਕਾਂ ਸਾਡੇ ਪਰਿਵਾਰਾਂ ਦੇ ਨੌਜਵਾਨ ਬਜ਼ੁਰਗ ਮਾਵਾਂ ਜਿਨ੍ਹਾਂ ਨੇ ਸ਼ਹਾਦਤ ਦੇ ਜਾਮ ਪੀਤੇ ਨੇ, ਪਰਿਵਾਰਾਂ ਕੋਲੋਂ ਸਦਾ ਲਈ ਉਹ ਜੀ ਚਲੇ ਗਏ। ਉਹਨਾਂ ਵਿੱਚ ਹੀ ਸਾਡਾ ਛੋਟਾ ਵੀਰ ਜੋ 8 ਅਗਸਤ 1995 ਨੂੰ ਜਿਸ ਦਾ ਜਨਮ ਹੁੰਦਾ ਹੈ ਤੇ 2021 26 ਜਨਵਰੀ ਨੂੰ ਯਾਨੀ ਕਿ ਅੱਜ ਦੇ ਦਿਨ ਜੋ ਦਿੱਲੀ ਦੀ ਧਰਤੀ ਤੇ ਸਰਕਾਰ ਦੀ ਗੋਲੀ ਲੱਗਣ ਨਾਲ ਸਦਾ ਲਈ ਸੰਸਾਰ ਨੂੰ ਅਲਵਿਦਾ ਕਹਿ ਜਾਂਦੇ ਨੇ। ਮੇਰੇ ਤੋਂ ਪਹਿਲਾਂ ਬਿਕਰਮਜੀਤ ਸਿੰਘ ਬਹੁਤ ਪਿਆਰੀ ਗੱਲ ਕਰ ਰਿਹਾ ਸੀ ਕਿ ਜਦੋਂ ਵੀ ਕਿਸਾਨ ਆਪਣੀ ਪੈੜੀ ਵਿੱਚ ਜਾਏਗਾ, ਖੇਤੀ ਕਰੇਗਾ, ਫਸਲ ਬੀਜੇਗਾ, ਹਰ ਕਿਸਾਨ ਇਹਨਾਂ ਪਰਿਵਾਰਾਂ ਦਾ ਸਦਾ ਲਈ ਰਿਣੀ ਰਹੇਗਾ ਜਿਨ੍ਹਾਂ ਨੇ ਆਪਣੇ ਕੀਮਤੀ ਪਰਿਵਾਰਾਂ ਦੇ ਲਾਲ ਜੀ ਇਸ ਕਿਸਾਨੀ ਅੰਦੋਲਨ ਤੋਂ ਕੁਰਬਾਨ ਕੀਤੇ ਨੇ। ਆਓ ਜਿੱਥੇ ਉਹਨਾਂ ਦਾ ਸਮੁੱਚਾ ਪਰਿਵਾਰ, ਉਹਨਾਂ ਦੇ ਸਤਿਕਾਰਯੋਗ ਪਿਤਾ ਜੀ, ਮਾਤਾ ਜੀ, ਉਹਨਾਂ ਦੇ ਬਾਕੀ ਪਰਿਵਾਰਕ ਮੈਂਬਰ, ਇਲਾਕਾ ਨਿਵਾਸੀ ਗੁਰੂ ਦੀ ਗੋਦ ਵਿੱਚ ਬਹੁਤ ਪਿਆਰ ਨਾਲ ਜੁੜ ਕੇ ਬੈਠੇ ਹੋ, ਜਿੱਥੇ ਸਤਿਗੁਰ ਦੀ ਪਾਵਨ ਬਾਣੀ ਦਾ ਪਾਠ, ਕੀਰਤਨ, ਵਿਚਾਰਾਂ ਆਪਾਂ ਪਹਿਲਾਂ ਸਰਵਣ ਕੀਤੀਆਂ ਨੇ। ਆਓ ਕੁਝ ਸਮਾਂ ਹੋਰ ਗੁਰਮਤਿ ਗੁਰਬਾਣੀ ਦੀਆਂ ਵਿਚਾਰਾਂ ਨਾਲ ਸਾਂਝ ਪਾਉਣ ਤੋਂ ਪਹਿਲਾਂ ਅਦਬ ਸਤਿਕਾਰ ਨਾਲ ਫਤਿਹ ਪ੍ਰਵਾਨ ਕਰੋ ਤੇ ਗੱਜ ਕੇ ਆਖੋ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਕਿਸਾਨੀ ਅੰਦੋਲਨ ਦਿੱਲੀ ਦੇ ਵੱਖ-ਵੱਖ ਬਾਰਡਰਾਂ ਤੇ ਲਗਾਤਾਰ 1 ਸਾਲ 13 ਦਿਨ ਚੱਲਿਆ ਹੈ, ਜਿਸ ਅੰਦੋਲਨ ਦੇ ਵਿੱਚ ਬਹੁਤ ਜ਼ਿਆਦਾ ਉਤਰਾਅ ਚੜ੍ਹਾਅ ਆਏ। ਸਰਕਾਰਾਂ ਨੇ ਹਰ ਤਰੀਕੇ ਦਾ ਹੱਥ ਕੰਡਾ ਵਰਤਿਆ। ਆਪਣੇ ਵੱਲੋਂ ਮਨੋਬਲ ਡੇਗਣ ਲਈ ਕਈ ਸਰਕਾਰ ਨੇ ਅੰਦਰੂਨੀ ਤੌਰ ਤੇ, ਬਹਿਰੂਨੀ ਤੌਰ ਤੇ ਹਮਲੇ ਵੀ ਕੀਤੇ। ਜਿਵੇਂ ਲਖੀਮਪੁਰ ਲਖੀਰੀ ਵਾਲੀ ਘਟਨਾ ਦੀ ਗੱਲ ਆਪਾਂ ਕਰਦੇ ਹਾਂ, ਜਿਵੇਂ 26 ਜਨਵਰੀ ਵਾਲੀ ਘਟਨਾ ਦੀ ਗੱਲ ਕਰਦੇ ਹਾਂ। ਅਨੇਕਾਂ ਸਾਡੇ ਪਰਿਵਾਰਾਂ ਦੇ ਜੀ ਇਸ ਅੰਦੋਲਨ ਤੋਂ ਕੁਰਬਾਨ ਹੋਏ ਨੇ, ਪਰ ਫਿਰ ਵੀ ਉੱਥੇ ਜਿਹੜਾ ਬੈਠਾ ਕਿਸਾਨ ਹੈ ਉਹਨੇ ਆਪਣਾ ਮਨੋਬਲ ਨਹੀਂ ਡੇਗਿਆ, ਚੜ੍ਹਦੀ ਕਲਾ ਵਿੱਚ ਰਹਿ ਕੇ ਇਸ ਅੰਦੋਲਨ ਦੇ ਵਿੱਚ ਆਪਣੀ ਹਾਜ਼ਰੀ ਲਵਾਈ ਹੈ। ਵੀਰ ਨਵਰੀਤ ਸਿੰਘ ਉਹਨਾਂ ਵਿੱਚੋਂ ਇੱਕ ਨੌਜਵਾਨ ਹੈ ਜਿਹਨੇ ਜਿਹੜਾ ਹੱਸਦਾ ਖੇਡਦਾ ਸੀ। ਕੁਝ ਦਿਨ ਪਹਿਲਾਂ ਵੀ ਇਸ ਪਰਿਵਾਰ ਦੇ ਕੋਲ ਮਿਲ ਕੇ ਗਏ ਹਾਂ, ਗੱਲਾਂ ਬਾਤਾਂ ਸੁਣੀਆਂ ਵੀ ਥੋੜ੍ਹਾ ਸਮਾਂ ਪਹਿਲਾਂ ਇਸ ਵੀਰ ਦਾ ਜੋ ਆਨੰਦ ਕਾਰਜ ਹੋਇਆ ਹੈ। ਇਹ ਗੱਲਾਂ ਕਹਿਣੀਆਂ ਵੀ ਬਹੁਤ ਸੌਖੀਆਂ ਨੇ, ਸੁਣਨੀਆਂ ਵੀ ਬਹੁਤ ਸੌਖੀਆਂ ਨੇ, ਪਰ ਜਦੋਂ ਪਰਿਵਾਰ 'ਤੇ ਬੀਤਦੀ ਹੈ ਪਤਾ ਉਹਨਾਂ ਨੂੰ ਹੁੰਦਾ ਹੈ ਜਿਨ੍ਹਾਂ ਦੇ ਹੱਸਦੇ ਖੇਡਦੇ ਪਰਿਵਾਰਾਂ ਦੇ ਜੀ ਇਸ ਅੰਦੋਲਨ ਤੋਂ ਸਦਾ ਲਈ ਕੁਰਬਾਨ ਹੋਏ ਨੇ। ਪਰ ਮੈਂ ਸਮਝਦਾ ਇਹ ਸਭ ਚੀਜ਼ਾਂ ਦੀ ਸਾਨੂੰ ਜਿਹੜੀ ਤਾਕਤ ਹੈ, ਬਲ ਹੈ, ਸਾਨੂੰ ਸਤਿਗੁਰ ਦੀ ਬਾਣੀ ਵਿੱਚੋਂ, ਸਿੱਖ ਕੌਮ ਦੇ ਵਡਮੁੱਲੇ ਇਤਿਹਾਸ ਵਿੱਚੋਂ ਪ੍ਰਾਪਤ ਹੁੰਦੀ ਹੈ। ਜਦੋਂ ਅਸੀਂ ਬਾਬਾ ਫਤਿਹ ਸਿੰਘ ਹੁਣਾਂ ਦਾ, ਬਾਬਾ ਜ਼ੋਰਾਵਰ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਅਜੀਤ ਸਿੰਘ, ਉਹਨਾਂ ਦਾ
ਕਮਾਲ ਦਾ ਇਤਿਹਾਸ ਪੜ੍ਹਦੇ ਹਾਂ, ਉਹਦੇ ਵਿੱਚੋਂ ਇੱਕ ਤਾਕਤ ਮਿਲਦੀ ਹੈ ਵੀ ਕਿੱਦਾਂ ਉਹਨਾਂ ਨੇ ਆਪਣਾ ਆਪ ਇਸ ਕੌਮ ਤੋਂ, ਇਸ ਸਮਾਜ ਤੋਂ ਕੁਰਬਾਨ ਕੀਤਾ, ਪਰ ਅਸੂਲਾਂ ਨਾਲ ਸਮਝੌਤਾ ਨਹੀਂ ਕੀਤਾ। ਇਹ ਬੜੀ ਵੱਡੀ ਗੱਲ ਹੈ। ਤੇ ਗੱਲ ਹੋ ਰਹੀ ਸੀ ਕਿ ਜੇ ਆਪਾਂ ਇੱਥੋਂ ਤੱਕ ਅੱਜ ਪਹੁੰਚੇ ਹਾਂ, ਵੇਖੋ ਜਾਣਾ ਸਾਰਿਆਂ ਨੇ, ਇੱਥੇ ਕੋਈ ਸਦਾ ਲਈ ਰਹਿਣ ਲਈ ਨਹੀਂ ਆਇਆ। ਸਤਿਗੁਰ ਨੇ ਬਾਣੀ ਵਿੱਚ ਇਹ ਉਦਾਹਰਨਾਂ ਦੇ ਦੇ ਕੇ ਸਮਝਾਇਆ ਵੀ ਰਾਜ ਮਾਲ ਜੋਬਨ ਸਭ ਸ਼ਾਮ, ਭਾਵੇਂ ਰਾਜ ਭਾਗ ਹੈ, ਭਾਵੇਂ ਜਵਾਨੀ ਹੈ, ਤੇ ਭਾਵੇਂ ਸੰਪਤੀ ਹੈ। ਇਹਨੂੰ ਗੁਰੂ ਨਾਨਕ ਸਾਹਿਬ ਜੀ ਨੇ ਬਾਣੀ ਵਿੱਚ ਇੰਜ ਲਿਖਿਆ, ਰਾਜ ਮਾਲ ਜੋਬਨ, ਇਹ ਤਿੰਨ ਚੀਜ਼ਾਂ ਨੇ। ਰਾਜ ਹੋ ਗਿਆ, ਮਾਲ ਹੋ ਗਿਆ, ਸੰਪਤੀ, ਤੇ ਤੀਜੀ ਗੱਲ ਆ ਗਈ ਜਵਾਨੀ। ਕਹਿੰਦੇ ਤਿੰਨੇ ਚੀਜ਼ਾਂ ਅਸਲੀਅਤ ਨਹੀਂ, ਅਸਲੀਅਤ ਦਾ ਪਰਛਾਵਾਂ ਨੇ। ਜਿਵੇਂ ਸੂਰਜ ਚੜ੍ਹਦਾ ਹੈ, ਜਦੋਂ ਸੂਰਜ ਦੀ ਰੌਸ਼ਨੀ ਦਰਖਤ ਉੱਤੇ ਪੈਂਦੀ ਹੈ, ਅਗਲੇ ਬੰਨੇ ਇੱਕ ਪਰਛਾਵਾਂ ਬਣਦਾ ਜਿੱਥੇ, ਜਿਹਨੂੰ ਅਸੀਂ ਛਾਂ ਕਹਿੰਦੇ ਹਾਂ। ਉਹ ਜਿਉਂ-ਜਿਉਂ ਸੂਰਜ ਢਲਦਾ ਜਾਂਦਾ ਹੈ, ਭਾਵੇਂ ਅਸੀਂ ਆਪਣੀ ਬੋਲੀ ਵਿੱਚ ਕਹਿੰਦੇ ਹਾਂ ਸੂਰਜ ਘੁੰਮਦਾ, ਪਰ ਵਾਸਤਵ ਵਿੱਚ ਘੁੰਮਦੀ ਧਰਤੀ ਹੈ। ਆਪਾਂ ਕਹਿ ਦਿੰਦੇ ਵੀ ਸੂਰਜ ਘੁੰਮ ਗਿਆ, ਪਰ ਘੁੰਮਦੀ ਧਰਤੀ ਹੈ। ਜਿਉਂ-ਜਿਉਂ ਸੂਰਜ ਢਲਦਾ ਜਾਂਦਾ ਹੈ, ਜਿੱਥੇ ਧੁੱਪ ਹੁੰਦੀ ਹੈ ਉੱਥੇ ਛਾਂ ਆ ਜਾਂਦੀ ਹੈ, ਜਿੱਥੇ ਛਾਂ ਹੁੰਦੀ ਉੱਥੇ ਧੁੱਪ ਆ ਜਾਂਦੀ ਹੈ। ਹੁਣ ਕੋਈ ਵਿਅਕਤੀ ਛਾਂ ਪਿੱਛੇ ਲੜੇ, ਛਾਂ ਪਿੱਛੇ ਲੜਾਈ ਹੋ ਜਾਏ, ਤੇ ਪਾਸਿਓਂ ਆਣ ਕੇ ਸਿਆਣਾ ਬੰਦਾ ਕਹੇਗਾ ਕਮਲਿਓ ਛਾਵਾਂ ਪਿੱਛੇ ਥੋੜ੍ਹਾ ਲੜੀਦਾ ਹੈ। ਛਾਂ ਜਿੱਥੇ ਹੋਣਾ ਇੱਥੇ ਘੜੀ ਕੁ ਨੂੰ ਧੁੱਪ ਆ ਜਾਣੀ ਹੈ, ਜਿੱਥੇ ਧੁੱਪ ਹੈ ਉੱਥੇ ਘੜੀ ਕੁ ਨੂੰ ਛਾਂ ਆ ਜਾਣੀ ਹੈ। ਇਹਨੂੰ ਸਤਿਗੁਰ ਨੇ ਇੰਝ ਬਿਆਨ ਕੀਤਾ ਵੀ ਰਾਜ ਮਾਲ ਜੋਬਨ ਸਭ ਸ਼ਾਮ, ਰੱਤ ਫਿਰੰਦਾ। ਰੱਤ ਕਹਿੰਦੇ ਸੂਰਜ ਨੂੰ, ਜਿਉਂ ਹੀ ਸੂਰਜ ਫਿਰਿਆ ਦਿਸੇ ਸਭ ਥਾਮ, ਤੇ ਅਸਲੀਅਤ ਦਿਸ ਪਈ। ਪਰ ਅੱਜ ਸਮਾਜ ਵਿੱਚ ਆਪਾਂ ਵੇਖਦੇ ਹਾਂ ਆਪਣੇ ਚੁਗਰਦੇ ਲੋਕ ਰਾਜ ਪਿੱਛੇ, ਲੋਕ ਮਾਲ ਪਿੱਛੇ, ਤੇ ਲੋਕ ਜੋਬਨ ਪਿੱਛੇ ਆਪਣੀਆਂ ਜਾਨਾਂ ਗਵਾ ਰਹੇ ਨੇ। ਆਪਾਂ ਆਏ ਦਿਨ ਵੇਖਦੇ ਹਾਂ ਕਿਤੇ ਤੇ ਜ਼ਮੀਨ ਦੇ ਟੁਕੜੇ ਬਦਲੇ ਸਿਰ ਵੱਢੇ ਜਾ ਰਹੇ ਨੇ, ਕਿਤੇ ਜੋਬਨ ਪਿੱਛੇ, ਜਵਾਨੀ ਪਿੱਛੇ, ਭਾਵੇਂ ਔਰਤ ਹੈ ਭਾਵੇਂ ਮਰਦ ਹੈ, ਕਤਲ ਹੋ ਰਹੇ ਨੇ, ਕਿਤੇ ਸੰਪਤੀ ਪਿੱਛੇ ਕਤਲ ਹੋ ਰਹੇ ਨੇ। ਪਰ ਕਮਾਲ ਦੀ ਗੱਲ ਤੁਸੀਂ ਵੇਖੋ, ਇਸ ਅੰਦੋਲਨ ਦੇ ਵਿੱਚ ਜਿੰਨਿਆਂ ਵੀ ਪਰਿਵਾਰਾਂ ਨੇ ਆਪਣੇ ਜੀ ਗਵਾਏ ਨੇ, ਭਾਵੇਂ ਟਿੱਕਰੀ ਬਾਰਡਰ ਦੀ ਗੱਲ ਕਰਦੇ ਹਾਂ, ਉੱਥੇ ਮਾਵਾਂ ਦੇ ਉੱਤੋਂ ਦੀ ਸਰਕਾਰ ਨੇ, ਜ਼ਾਲਮ ਨੇ, ਕਿਉਂਕਿ ਇਹ ਪੂਰੀ ਪਲੈਨਿੰਗ ਸੀ, ਐਵੇਂ ਨਹੀਂ ਘਟਨਾਵਾਂ ਵਾਪਰੀਆਂ, ਕਿ ਪੂਰੀ ਪਲੈਨਿੰਗ ਦੇ ਨਾਲ ਜਦੋਂ ਉਹਨਾਂ ਉੱਤੇ ਟਰੱਕ ਚਾੜਿਆ ਗਿਆ ਤਾਂ ਉਹਦਾ ਮਤਲਬ ਇਹ ਸੀ ਕਿ ਇਹਨਾਂ ਦਾ ਮਨੋਬਲ ਡਿੱਗੇ। ਜਦੋਂ ਇੱਕ ਜੀ ਦਾ, ਪਰਿਵਾਰ ਦਾ ਜੀ ਉੱਥੇ ਕੁਰਬਾਨ ਹੋਏਗਾ, ਤੇ ਘਰੋਂ ਤਿਆਰ ਹੋਣ ਲੱਗਿਆਂ 100 ਵਾਰ ਨੌਜਵਾਨ ਪਰਿਵਾਰ ਸੋਚਣਗੇ, ਕਿਉਂਕਿ ਵਾਪਰਦਾ ਸੀ। ਲਗਾਤਾਰ 1 ਸਾਲ ਅਸੀਂ ਉੱਥੇ ਬੈਠ ਕੇ ਇਹ ਚੀਜ਼ ਮਹਿਸੂਸ ਕੀਤੀ। ਜਦੋਂ ਇੱਕ ਲਾਸ਼ ਉੱਥੋਂ ਜਾਂਦੀ ਸੀ, ਘਰਾਂ 'ਚ ਆਉਣ ਵਾਲੇ 100 ਵਾਰ ਸੋਚਦੇ ਸੀ, ਮਾਵਾਂ ਕਹਿੰਦੀਆਂ ਸਨ ਤੂੰ ਨਾ ਜਾਈਂ, ਉੱਥੇ ਅੱਗ ਵਰਦੀ ਹੈ। ਕਿਉਂਕਿ ਕੁਦਰਤੀ ਗੱਲ ਹੈ, ਮਨੋਬਲ ਡੇਗਣ ਵਾਸਤੇ ਸਰਕਾਰਾਂ ਨੇ ਇੱਦਾਂ ਦੇ ਹੱਥ ਕੰਡੇ ਵਰਤੇ। ਪਰ ਗੱਲ ਫਿਰ ਇਹ ਹੈ ਕਿ ਜਿਨ੍ਹਾਂ ਦੇ ਅੰਦਰ ਕਿਤੇ ਨਾ ਕਿਤੇ ਚਿਣਗ ਸੀ, ਕਿਉਂਕਿ ਜ਼ਮੀਨ ਹੈ। ਵੇਖੋ ਇਸ ਅੰਦੋਲਨ ਦੀ ਸਭ ਤੋਂ ਵੱਡੀ ਪ੍ਰਾਪਤੀ ਪਤਾ ਕਿਹੜੀ ਸੀ? ਕਿ ਇਸ ਅੰਦੋਲਨ ਵਿੱਚ ਹਰ ਵਰਗ ਨੇ ਸਾਥ ਦਿੱਤਾ, ਭਾਵੇਂ ਦੁਕਾਨਦਾਰ, ਕੋਈ ਫੈਕਟਰੀ ਦਾ ਮਾਲਕ, ਜਿਹਦੇ ਕੋਲ ਜ਼ਮੀਨ ਸੀ ਜਾਂ ਜਿਹਦੇ ਕੋਲ ਜ਼ਮੀਨ ਨਹੀਂ ਵੀ ਸੀ, ਹਰ ਇੱਕ ਨੇ ਆਪਣਾ ਬਣਦਾ ਯੋਗਦਾਨ ਪਾਇਆ ਤੇ ਜਿੱਤ ਝੋਲੀ ਵਿੱਚ ਪਈ। ਪਰ ਇਸ ਜਿੱਤ ਨੂੰ ਹੁਣ ਸਾਂਭਣਾ ਬਹੁਤ ਜ਼ਰੂਰੀ ਹੈ। ਇਹ ਗੱਲ ਧਿਆਨ ਦੇਣ ਯੋਗ ਹੈ। ਹੁਣ ਜੇ ਜਿੱਤ ਸਾਡੀ ਝੋਲੀ ਵਿੱਚ ਪਈ ਹੈ, ਭਾਵੇਂ ਉਹ ਯੂਪੀ ਦੀ ਸਿਆਸਤ ਹੈ, ਉੱਤਰਾਖੰਡ ਦੀ ਸਿਆਸਤ ਹੈ, ਚਾਹੇ ਉਹ ਪੰਜਾਬ ਦੀ ਸਿਆਸਤ ਹੈ, ਜਿੱਥੋਂ ਦੇ ਵੀ ਕਿਸਾਨ ਨੇ, ਮਜ਼ਦੂਰ ਨੇ ਇਸ ਅੰਦੋਲਨ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ ਹੈ, ਹੁਣ ਇਹ ਸਮਾਂ ਸਾਂਭਣ ਦਾ ਹੈ ਕਿ ਇੱਥੇ ਹੁਣ ਅਸੀਂ ਮੈਂ ਰਾਤ ਦੇ ਦੀਵਾਨ 'ਚ ਵੀ ਇਹ ਗੱਲ ਕਹੀ ਕਿ ਹੁਣ ਥੋੜ੍ਹੇ ਦਿਨਾਂ ਨੂੰ ਵੋਟਾਂ ਪੈਣੀਆਂ ਨੇ। ਵੋਟ ਪਾਉਣ ਤੋਂ ਪਹਿਲਾਂ 1 ਸਾਲ 13 ਦਿਨ ਦਿੱਲੀ ਦੇ ਬਾਰਡਰਾਂ 'ਤੇ ਜਿਹੜੇ ਸਾਡੇ ਪਰਿਵਾਰ ਬੈਠੇ, ਮਾਵਾਂ ਬੈਠੀਆਂ, ਬਜ਼ੁਰਗ ਬੈਠੇ, ਨੌਜਵਾਨ ਬੈਠੇ, ਜਿਨ੍ਹਾਂ ਨੇ ਧੁੱਪ ਵੀ ਸਹੀ, ਸਰਦੀਆਂ ਵੀ ਸਹੀਆਂ, ਬਰਸਾਤਾਂ ਵੀ ਆਪਣੇ ਪਿੰਡੇ 'ਤੇ ਹੰਢਾਈਆਂ, ਉਹਨਾਂ ਦੇ ਚਿਹਰੇ ਜ਼ਰੂਰ ਵੋਟ ਪਾਉਣ ਲੱਗੇ ਆ। ਚੇਤੇ ਰੱਖਿਓ ਵੀ ਉਹ ਕਿਹੜੀਆਂ ਜ਼ਾਲਮ ਸਰਕਾਰਾਂ ਸੀ ਜਿਨ੍ਹਾਂ ਨੇ ਸਾਡਿਆਂ ਬਜ਼ੁਰਗਾਂ ਨੂੰ, ਸਾਡਿਆਂ ਨੌਜਵਾਨਾਂ ਨੂੰ, ਸਾਡੀਆਂ ਮਾਵਾਂ ਨੂੰ 1 ਸਾਲ 13 ਦਿਨ ਸੜਕਾਂ ਦੇ ਉੱਤੇ ਬਿਠਾ ਛੱਡਿਆ, ਇੰਨਾ ਲੰਬਾ ਟਾਈਮ ਲਾ ਦਿੱਤਾ। ਇਹ ਫੈਸਲਾ ਕਰ ਲੱਗੇ ਆ। ਦੂਜਾ ਚਿਹਰਾ ਉਹ ਚੇਤਾ ਰੱਖਿਓ ਉਹਨਾਂ ਮਾਵਾਂ ਦਾ ਜਿਨ੍ਹਾਂ ਨੇ ਆਪਣੇ ਲਾਲ ਕੁਰਬਾਨ ਕੀਤੇ ਨੇ।
ਉਹਨਾਂ ਪਿਤਾ ਦਾ, ਉਹਨਾਂ ਪਤਨੀਆਂ ਦਾ, ਉਹਨਾਂ ਬਜ਼ੁਰਗਾਂ ਦਾ ਜਿਨ੍ਹਾਂ ਘਰਾਂ ਵਿੱਚੋਂ ਜੀ ਹੱਸਦੇ ਖੇਡਦੇ ਗਏ ਪਰ ਲਾਸ਼ ਬਣ ਕੇ ਘਰ ਪਰਤੇ। ਇੱਕ ਵਾਰ ਉਹ ਚਿਹਰੇ ਵੋਟ ਪਾਉਣ ਲੱਗਿਆਂ ਤੁਹਾਡੇ ਅੱਖਾਂ ਸਾਹਮਣੇ ਜ਼ਰੂਰ ਆਉਣੇ ਚਾਹੀਦੇ ਨੇ। ਇਹ ਹੋਏਗੀ ਸਾਡੀ ਸੱਚੀ ਹਮਦਰਦੀ। ਬਾਅਦ ਵਿੱਚ ਰੌਲਾ ਪਾਉਣਾ ਮਾफ़ ਕਰਨਾ, ਇਹ ਗੱਲ ਮੈਂ ਪਹਿਲਾਂ ਕਹਿ ਦਿਆਂ, ਇਹ ਸਾਡੀ ਸੱਚੀ ਹਮਦਰਦੀ ਹੋਏਗੀ ਕਿ ਅਸੀਂ ਸਿਸਟਮ ਕਿਵੇਂ ਬਦਲਣਾ ਹੈ। ਜਿਹੜੀਆਂ ਗੰਦੀਆਂ ਸਰਕਾਰਾਂ ਇਹੋ ਜਿਹੇ ਗੰਦੇ ਕਾਨੂੰਨ ਲੈ ਕੇ ਆਉਂਦੀਆਂ ਨੇ, ਸਾਨੂੰ ਰੱਦ ਕਰਾਉਣ ਲਈ ਸੰਘਰਸ਼ ਕਿਉਂ ਕਰਨੇ ਪੈਂਦੇ ਨੇ। ਇਹ ਸਾਰੀਆਂ ਗੱਲਾਂ ਸਾਨੂੰ ਚੇਤੇ ਰੱਖਣੀਆਂ ਚਾਹੀਦੀਆਂ ਨੇ, ਕਿਉਂਕਿ ਗੁਰੂ ਸਾਹਿਬ ਜੀ ਨੇ ਜੋ ਸਾਨੂੰ ਬਲ ਬਖਸ਼ਿਆ, ਵੇਖੋ ਭਾਵੇਂ ਇਸ ਅੰਦੋਲਨ ਦੇ ਵਿੱਚ ਹਰ ਵਰਗ ਨੇ ਬਣਦਾ ਯੋਗਦਾਨ ਪਾਇਆ, ਪਰ ਜਦੋਂ ਲੰਗਰ ਵਰਤਦੇ ਵੇਖਦੇ ਸੀ ਉੱਥੇ ਭਾਵੇਂ ਜਲ ਪਾਣੀ ਸੀ, ਭਾਵੇਂ ਕੰਬਲ ਦਵਾਈਆਂ, ਭਾਵੇਂ ਸਾਡੇ ਦੇਸ਼ ਦਾ ਕਿਸਾਨ ਸੀ, ਚਾਹੇ ਸਾਡੇ ਵਿਦੇਸ਼ਾਂ ਵਿੱਚ ਸਾਡੇ ਭੈਣ ਭਰਾ, ਕਿਉਂਕਿ ਲਗਾਤਾਰ ਫੋਨ ਤੇ ਗੱਲਬਾਤ ਹੁੰਦੀ ਸੀ, ਜਿਹੜੇ ਵਿਦੇਸ਼ਾਂ ਵਿੱਚ ਸਾਡੇ ਪਰਿਵਾਰ ਵਸਦੇ ਆ, ਭਾਵੇਂ ਸਰੀਰਕ ਤੌਰ ਤੇ ਉੱਥੇ ਬੈਠੇ ਸੀ, ਪਰ ਉਹਨਾਂ ਦੀ ਰੂਹ, ਉਹਨਾਂ ਦਾ ਮਨ ਇਸ ਅੰਦੋਲਨ ਦੇ ਵਿੱਚ ਹਮੇਸ਼ਾ ਰਿਹਾ। ਜੇ ਇੱਥੇ ਬਾਰਿਸ਼ ਪੈਣੀ, ਉਹਨਾਂ ਵਿਦੇਸ਼ਾਂ ਵਿੱਚ ਬੈਠਿਆਂ ਪੁੱਛਣਾ ਕਿ ਸਾਡੇ ਬਜ਼ੁਰਗਾਂ ਦਾ ਕੀ ਹਾਲ ਹੈ, ਸਾਡੀਆਂ ਮਾਵਾਂ ਦਾ ਕੀ ਹਾਲ ਹੈ, ਸਾਡੇ ਬਾਕੀ ਕਿਸਾਨ ਭਰਾ ਉੱਥੇ ਕਿੱਦਾਂ ਬੈਠੇ ਨੇ। ਤੇ ਸੱਚ ਇਹ ਹੈ, ਇਸ ਅੰਦੋਲਨ ਨੂੰ ਸਭ ਤੋਂ ਵੱਡੀ ਸਪੋਰਟ ਬਾਹਰ ਬੈਠੇ ਸਾਡੇ ਪੰਜਾਬੀ ਭਰਾ, ਸਾਡੇ ਕਿਸਾਨ ਭਰਾ, ਕਿਉਂਕਿ ਜਿੰਨੀਆਂ ਰੈਲੀਆਂ ਇੱਥੇ ਹੋਈਆਂ ਨੇ, ਜੇ ਆਪਾਂ ਗਿਣਤੀ ਕਰੀਏ, ਇਹਨਾਂ ਨਾਲੋਂ ਵੀ ਵੱਡੇ ਪੱਧਰ ਤੇ ਰੈਲੀਆਂ ਅਮਰੀਕਾ, ਕੈਨੇਡਾ ਦੀ ਧਰਤੀ ਤੇ ਸਾਡੇ ਉੱਥੇ ਬੈਠੇ ਕਿਸਾਨਾਂ ਦੇ ਬੱਚੇ, ਉਹਨਾਂ ਦੀਆਂ ਧੀਆਂ, ਉਹਨਾਂ ਦੇ ਪੁੱਤ, ਜਿਹੜੇ ਸਰੀਰਕ ਤੌਰ ਤੇ ਉੱਥੇ ਬੈਠੇ ਸੀ, ਪਰ ਉਹਨਾਂ ਦੀ ਰੂਹ ਇਸ ਅੰਦੋਲਨ ਦੇ ਨਾਲ ਜੁੜੀ ਹੋਈ ਸੀ, ਜਿਹੜੇ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਦੇ ਸੀ। ਤੇ ਕਮਾਲ ਦੀ ਗੱਲ, ਇਸ ਅੰਦੋਲਨ ਨੇ ਸਾਰਿਆਂ ਨੂੰ ਇਕੱਠਿਆਂ ਕਰ ਦਿੱਤਾ। ਬਹੁਤ ਜ਼ਿਆਦਾ ਯੈਗ ਇਸ ਅੰਦੋਲਨ ਨੇ ਸਾਡੇ ਸਮਾਜ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ ਹੈ। ਸਿਆਸਤ ਵੰਡਦੀ ਹੈ, ਇਹ ਹਿੰਦੂ ਹੈ, ਇਹ ਮੁਸਲਮਾਨ ਹੈ, ਇਹ ਸਿੱਖ ਹੈ, ਇਹ ਫਲਾਣੇ ਮਜ਼ਹਬ ਨਾਲ ਸੰਬੰਧ ਰੱਖਦਾ ਹੈ। ਪਰ ਮੈਂ ਸੰਯੁਕਤ ਮੋਰਚੇ ਦੀ ਸਟੇਜ ਤੋਂ ਅੱਖੀਂ ਵੇਖਿਆ, ਸਵੇਰੇ ਗੁਰਬਾਣੀ ਦਾ ਪਾਠ ਹੁੰਦਾ ਸੀ, ਉੱਥੇ ਹਿੰਦੂ ਵੀਰਾਂ ਦੇ ਮੰਤਰਾਂ ਦੇ ਪਾਠ ਵੀ ਹੁੰਦੇ ਸੀ, ਉੱਥੇ ਮੁਸਲਮਾਨ ਵੀਰਾਂ ਦੀਆਂ ਨਮਾਜ਼ਾਂ ਵੀ ਪੜ੍ਹੀਆਂ ਜਾਂਦੀਆਂ ਸੀ। ਜਿੱਥੇ ਲੰਗਰ ਵਿੱਚ ਇੱਕੇ ਥਾਂ ਤੇ ਬੈਠ ਕੇ ਪ੍ਰਸ਼ਾਦਾ ਪਾਣੀ, ਕਿਉਂਕਿ ਬਾਣੀ ਦਾ ਵਾਕ ਹੈ, ਏਕ ਪਿਤਾ ਏਕ ਸਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ। ਪਰ ਸਿਆਸਤ ਫੇਰ ਵੰਡ ਜਾਂਦੀ ਹੈ ਸਾਨੂੰ। ਸਿਆਸਤ ਨੇ ਭਰਾਵਾਂ ਨੂੰ ਭਰਾਵਾਂ ਨਾਲੋਂ ਵੰਡ ਦਿੱਤਾ। ਮੈਂ ਜੇ ਪੰਜਾਬ ਦੀ ਰਾਜਨੀਤੀ ਦੀ ਗੱਲ ਕਰਾਂ, ਆਪ ਜੀ ਨੂੰ ਵੀ ਪਤਾ ਹੋਏਗਾ, ਉੱਥੇ ਇੱਕੇ ਗਲੀ ਦੇ ਵਿੱਚ, ਇੱਕੇ ਮਹੱਲੇ ਦੇ ਵਿੱਚ ਰਹਿਣ ਵਾਲੇ ਚਾਰ ਪਾਰਟੀਆਂ ਨਾਲ ਸੰਬੰਧ ਰੱਖਦੇ, ਜਿਹੜੇ ਇੱਕ ਦੂਜੇ ਨਾਲ ਬੋਲਣਾ ਵੀ ਬੰਦ ਕਰ ਦਿੰਦੇ। ਜਿਨ੍ਹਾਂ ਲੋਕਾਂ ਪਿੱਛੇ ਅਸੀਂ ਇੱਕ ਦੂਜੇ ਨਾਲ ਬੋਲਣਾ ਬੰਦ ਕੀਤਾ, ਉਹਨਾਂ ਲੋਕਾਂ ਨੇ ਆਪਣੇ ਧੀ ਪੁੱਤਰ ਇੱਕ ਦੂਜੇ ਵੱਲ ਵਿਆਹੇ ਹੋਏ ਨੇ। ਅਸੀਂ ਕਦੋਂ ਇਹਨਾਂ ਲੋਕਾਂ ਦੀ ਗੰਦੀ ਰਾਜਨੀਤੀ ਸਮਝਾਂਗੇ ਕਿ ਇਹ ਲੋਕ ਅੰਦਰੋਂ ਇੱਕ ਨੇ, ਸਿਰਫ ਸਾਨੂੰ ਪਾੜ ਕੇ ਸਾਡੇ ਉੱਤੇ ਸਿਆਸਤ ਦੀਆਂ ਰੋਟੀਆਂ ਸੇਕਣਾ ਚਾਹੁੰਦੇ ਨੇ। ਜਦੋਂ ਸਮਾਂ ਲੰਘ ਜਾਂਦਾ, ਫਿਰ ਅਸੀਂ ਕੋਸਦੇ ਹਾਂ, ਹਾਏ ਕਦਾਂ ਸਿਸਟਮ ਬਦਲਣਾ ਹੈ। ਚੇਤਾ ਰੱਖਿਓ, ਜਦੋਂ ਵੋਟਾਂ ਆਉਣੀਆਂ ਨੇ, ਤੁਹਾਡੀ ਇੱਕ ਵੋਟ ਬਹੁਤ ਕੁਝ ਬਦਲ ਸਕਦੀ ਹੈ। ਪਹਿਲਾਂ ਤਾਂ ਆਪਣੀ ਮੰਗ ਵੱਡੀ ਰੱਖੋ। ਅਜੇ ਤਾਂ ਨਸ਼ਿਆਂ 'ਤੇ ਵਿਕਦੇ ਹਾਂ ਅਸੀਂ ਤਾਂ 2-2, 3-3 ਹਜ਼ਾਰ 'ਤੇ ਵਿਕ ਜਾਂਦੇ ਹਾਂ। ਅਸੀਂ ਤਾਂ ਪੈਸਿਆਂ 'ਤੇ ਆਪਣੀ ਜ਼ਮੀਰ ਵੇਚ ਦਿੰਦੇ ਹਾਂ। ਐਜੂਕੇਸ਼ਨ ਦੀ ਗੱਲ ਹੋਣੀ ਚਾਹੀਦੀ ਹੈ, ਹੈਲਥ ਦੀ ਗੱਲ ਹੋਣੀ ਚਾਹੀਦੀ ਹੈ, ਰੁਜ਼ਗਾਰ ਦੀ ਗੱਲ ਹੋਣੀ ਚਾਹੀਦੀ ਹੈ, ਤਾਂ ਕਿ ਸਾਡੇ ਸਮਾਜ ਦੇ ਨੌਜਵਾਨ ਨੂੰ ਇਹ ਧਰਤੀ ਛੱਡ ਕੇ ਵਿਦੇਸ਼ਾਂ ਵਿੱਚ ਨਾ ਜਾਣ ਦੀ ਲੋੜ ਪਵੇ। ਜਦੋਂ ਸਾਡੀ ਮੰਗ ਵੱਡੀ ਹੋਏਗੀ, ਅਗਲਾ ਵੀ ਸੋਚੇਗਾ ਕਿ ਵਾਕਿਆ ਭਾਈ ਇਹ ਸਿਆਣਾ ਹੋ ਗਿਆ। ਸਾਡੀਆਂ ਮੰਗਾਂ ਸ਼ਰਾਬ ਦੀਆਂ ਬੋਤਲਾਂ ਰਹਿ ਗਈਆਂ, ਸਾਡੀਆਂ ਮੰਗਾਂ ਪੈਸਾ ਰਹਿ ਗਿਆ ਥੋੜ੍ਹਾ ਜਿਹਾ। ਅਗਲੇ ਨੂੰ ਪਤਾ, ਜਿਹੜਾ 5-7-10 ਹਜ਼ਾਰ 'ਤੇ ਵੋਟ ਪਾ ਰਿਹਾ, ਇਹਨੂੰ ਮੈਂ 5-4 ਸਾਲ ਲਗਾਤਾਰ ਬੇਵਕੂਫ ਬਣਾ ਸਕਦਾ, ਇਹਦੇ 'ਤੇ ਮੈਂ ਰਾਜ ਪ੍ਰਬੰਧ ਚਲਾ ਸਕਦਾ। ਬਸ ਚੇਤਾ ਰੱਖਿਓ ਕਿ ਇਹ ਚੀਜ਼ਾਂ ਸਾਡੇ ਸਾਹਮਣੇ ਆਉਣੀਆਂ ਚਾਹੀਦੀਆਂ ਨੇ, ਕਿਉਂਕਿ ਜਿਨ੍ਹਾਂ ਪਰਿਵਾਰਾਂ 'ਚੋਂ ਜੀ ਗਏ ਨੇ, ਉਹ ਜੀ ਵਾਪਸ ਮਿਲਣੇ ਥੋੜ੍ਹਾ ਨੇ ਕਿਤੇ। ਕਿਉਂਕਿ ਸੱਚੀ ਗੱਲ ਹੈ, ਚੇਤੇ ਰਹਿਣੇ ਨੇ ਸਦਾ ਮਾਵਾਂ ਨੂੰ ਉਹ ਵੀਰ। ਪਰ ਮੈਂ ਇੱਕ ਬੇਨਤੀ ਕਰਦਾ ਹੁੰਦਾ, ਜਾਣਾ ਸਾਰਿਆਂ ਨੇ, ਪਰ ਜੇ ਕੋਈ ਚੰਗਾ ਕੰਮ ਦੁਨੀਆ 'ਤੇ ਕਰਕੇ ਜਾਂਦਾ ਹੈ ਨਾ, ਉਹ ਇੱਕ ਪਰਿਵਾਰ ਨੂੰ ਖੁਸ਼ਬੂ ਦੇ ਕੇ ਜਾਂਦਾ ਹੈ। ਕਮ ਸੇ ਕਮ ਪਿੱਛੇ ਪਰਿਵਾਰ ਮਾਣ ਤੇ ਕਰ ਸਕਦਾ ਹੈ। ਲੋਕਾਂ ਦੇ ਸਮੈਕਾਂ ਪੀ ਕੇ ਵੀ ਮਰਦੇ ਨੇ। ਨਸ਼ੇ ਰਾਤ ਪੀਤੀ, ਡੋਜ਼ ਲੱਗ ਗਈ ਵੱਧ, ਤੇ ਰਾਤ ਸੁੱਤਾ ਹੀ ਸੌਂ ਗਿਆ, ਉੱਥੇ ਕੋਈ ਮਾਣ ਤੇ ਨਹੀਂ ਕਰ ਸਕਦਾ। ਪਰ ਇਹੋ ਜਿਹੇ ਬੱਚਿਆਂ 'ਤੇ ਮਾਂ ਮਾਣ ਕਰ ਸਕਦੀ ਹੈ।
पिता माण कर सकता है, भरा माण कर सकते हैं, दोस्त मित्र इलाका समाज माण कर सकता है कि साडे इलाके का कोई होनहार पुत्र इस अंदोलन तो कुर्बान होया है। ये चेता रखना है, क्योंकि असी बड़ी छेती ये चीज़ां भुल जाने हैं। जो असी सतगुर की बाणी चो पढ़ते हैं, भगत कबीर जी कहते हैं, कबीर ये तन जाएगा। वेखो ये अटल सच्चाई है। पानी का वाक है, जो उपजियो सो बिनस है, जिहड़ा पैदा होया उन्हें खत्म होना है। कबीर ये तन जाएगा, ये तन ने चले जाना है। सको एक वचन मारक है, लेहो तां लेहो बहोर, हैगी ताकत नूं रोक के विखाओ, नागे पावों ते गए जिनके लाख करोड़, जिन्हां दे लखां करोड़ां बैंकां विच ने, कहंदे वो भी इस संसार ते सदा लई नहीं रह सकते। फिर जे नहीं रह सकते भगत कबीर जी की करिए? अगले श्लोक नूं पढ़ो, उहदे विच जवाब दिता है, कबीर ये तन जाएगा कवने मार्ग लाए, इनू किसी चंगे रस्ते पाला। शरीर ने चला जाना, पर शरीर द्वारा किए हुए काम दुनिया तो कदी नहीं जाते। शरीर नाल जिन्हां ने चंगे काम किए ने, उन्हां दे चंगे काम उन्हां नूं कदी दुनिया तो खत्म नहीं होण दिंदे। जिवें उदाहरण के तौर पर वेखो, वैसे तुसीं किल लाओ, पानी विच सुੱਟੋ तो डुੱਬ जाता है, पर वह किल, वह नट, वह पत्ती तुसीं लकड़ विच ठोक दिओ। अज जदों किश्ती तैयार करी दी है, बेड़ी तैयार करी दी है, उहदे विच किन्ने किल किन्नियां पत्तियां आपां लाउने आ, निक्का जिहा नट पानी विच सुੱਟੋ तो डुੱਬ जाता है, पर किन्ने किल किन्नियां पत्तियां आपां जदों लोहे नाल जड़ दिंदे आ, ਉਹ ਲੱਕੜ ਵਿੱਚ ਜਦੋਂ ਪਾਣੀ ਵਿੱਚ ਤਰਦੀ ਹੈ, ਆਪਾਂ ਕਿਸ਼ਤੀ ਵੇਖਦੇ ਹਾਂ, ਆ ਸ਼ਿਪ ਵੱਡੇ ਵੱਡੇ ਕਿੰਨਾ ਕਿੰਨਾ ਲੋਹਾ ਕੰਟੇਨਰ ਉਹਦੇ ਵਿੱਚ ਲੱਦ ਕੇ ਇੱਕ ਦੇਸ਼ ਤੋਂ ਦੂਜੇ ਦੇਸ਼ ਜਾਂਦੇ ਨੇ। ਕਿਸੇ ਨੇ ਲੋਹੇ ਤੇ ਸਵਾਲ ਕੀਤਾ, ਉਹ ਤੂੰ ਤਾਂ ਪਾਣੀ 'ਚ ਡੁੱਬ ਜਾਂਦਾ ਸੈਂ, ਹੁਣ ਕਿਉਂ ਨਹੀਂ ਡੁੱਬਾ? ਤੇ ਉਹਨੇ ਜਵਾਬ ਦਿੱਤਾ ਲੋਹੇ ਨੇ ਅੱਗਿਓਂ, ਕਹਿੰਦਾ ਹੁਣ ਮੈਂ ਸੰਗ ਉਹਦਾ ਕਰ ਲਿਆ ਜਿਹੜਾ ਪਾਣੀ ਵਿੱਚ ਆਪ ਨਹੀਂ ਡੁੱਬਦਾ। ਦਰਖਤ ਸੁੱਕਾ, ਉਹਦੇ ਜਦੋਂ ਫੱਟੇ ਕਰਕੇ ਕਿੱਲ ਠੋਕਦੇ ਹਾਂ ਆਪਾਂ, ਉਹਦੀ ਬੇੜੀ ਬਣਾਉਂਦੇ ਹਾਂ, ਲੱਕੜ ਉਹੋ ਹੀ ਬੇੜੀ ਦਾ ਰੂਪ ਬਣ ਕੇ ਜਦੋਂ ਪਾਣੀ ਨੂੰ ਚੀਰਦੀ ਹੋਈ ਇੱਕ ਕੰਢੇ ਤੋਂ ਦੂਜੇ ਕੰਢੇ ਜਾਂਦੀ ਹੈ, ਉਹ ਕੱਲਾ ਦਰਖਤ ਆਪ ਹੀ ਨਹੀਂ ਤਰਦਾ, ਉਹਦੇ ਨਾਲ ਜੁੜੀਆਂ ਕਿੱਲ ਪੱਤੀਆਂ ਨਟ ਵੀ ਪਾਣੀ ਤੋਂ ਤਰ ਕੇ ਅਗਲੇ ਬੰਨੇ ਲੰਘ ਜਾਂਦੇ ਨੇ। ਜਦੋਂ ਬਾਣੀ 'ਚ ਆਪਾਂ ਕਹਿੰਦੇ ਆਦ ਸੱਚ ਜੁਗਾਦ, ਸਾਰੇ ਬੋਲੋ ਆਦ ਸੱਚ ਜੁਗਾਦ सच है पी सच नानक होसी पी सच। सच आप नहीं डुबदा, जिहड़ा सच नाल जुड़दा है सच उहनूं भी डुबण नहीं दिंदा। चाहते सारे ने, चाहना सारे हैं। जो असीं बाबा फतेह सिंह हुणां दी गल करदे हां, 7 साल दे ने बाबा फतेह सिंह, पर 7 साल दे वो इहो जिहा जीवन जीव के गए कि शायद 70 साल का व्यक्ति भी उन्होंने 7 सालों वर्गा मुकाबला ना कर सके। क्यों? क्योंकि जो उन्होंने रहनी, जो उन्होंने अणख गैरत, क्योंकि वेखो जिहड़ी गुरबाणी इतिहास है वो साड़ा मनोबल उच्चा चुकती है। जो किते मन माड़ा जिहा डोलन लगता है, जो असीं अरदास विचों है भावें अरदास 5-7 मिनटां की खेड, पर समुचा इतिहास समोया होया इन्हें, जिन्हां सिंघां ਸਿੰਘਣੀਆਂ धर्म हेत सिद्ध। ते वेखो अरदास जिहड़ी है ना, ये बनाई इस तरीके नाल है कि भावें कोई अज तो 400 साल पहला कुर्बान होया, उहदा नाम ही अरदास विच आ गया। जे को अज सच लई कुर्बान होया है, अपने हक्कां लई कुर्बान होया है, उहदा नाम अरदास विच अपने आप शामिल हो जाता। जदों असीं ये शब्द बोलते हैं, जिन्हां ਸਿੰਘਾਂ ਸਿੰਘਣੀਆਂ धर्म हेत सीध ते बंद बंद कटाए, खोपरियां लुहाइयां चरखियां ते चढ़े, आरियां नाल चिराए गए, गुरुद्वारियां दी सेवा लई कुर्बानियां कीतियां। ते अगला शब्द है धर्म नहीं हारिया। तिन्हां दी कमाई दा ध्यान धर के खालसा जी बोलो जी वाहिगुरू। फिर अगे जो ही शब्द बोलते हैं, 5 प्यारियां, 4 साहिबजादियां, 40 मुक्तियां, हट्ठियां जपियां तपियां, जिन्हां नाम जपिया वंड छकिया दे। ये अरदास जो बनाई है ये सारी बहुवचन च है। जिन्हां ਸਿੰਘਾਂ ਸਿੰਘਣੀਆਂ, जे कोई ਸਿੰਘਣੀ कोई माता कोई भैन अज तो 500 साल पहला कुर्बान हुई है, ਉਹਦਾ नाम ही विच आ गया। जे को अज असूलों के उत्ते पहरा दे के साडी माँ साडी भैन साडा कोई नौजवान सच तो कुर्बान हुंदा है, ਉਹਦਾ नाम अरदास विच अपने आप शामिल हो जाता है।
फिर असीं उन्हां दी कमाई का ध्यान धर के कहने बोलो जी वाहिगुरू। जाना सारिਆਂ ने, लोग ਜ਼ਮੀਨਾਂ पिछे भी मरते हैं। एक भरा इस दिन आप खबर पढ़ते हैं, एक वट पाउण तो एक भरा ने भरा का गाटा ला दिता, एक जमीन के टुकड़े तो दुकान वंडण तो जायदाद वंडण तो रोज़ लड़ाइयां हो रही ने। किन्ने लोग किसी तरीके नाल मरदे ने, पर पातशाह की बाणी कहती जिहड़ा मनुख सच लई सूरा सो पहचानीए, जो लड़ै दीन कै हेत। दीन का अर्थ होते है निमाणा, दीन का अर्थ है धर्म, जिहड़ा धर्म लई, जिहड़ा सच लई, जिहड़ा किसे दे हक वास्ते सदा लई कुर्बान हुंदा। सूरा सो पहचानीए, जो लड़ै दीन कै हेत। पुरजा पुरजा कट मरै, कबू न छाडै खेत। गगन दमामा बाजिओ। देखो ये बड़ी वड्डी गल है। जदों ये अंदोलन चलिया, कई नौजवान घरां चों जाना चाहुंदे सी, माँ बाप डरदे सी ना जाई उत्थे। जदों असीं थोड़ा समा पहलां आए, वीर ने अपना ट्रैक्टर तैयार किया, नवरीत सिंह ने पूरी तैयारी। ये बड़ी वड्डी गल सी, जिन्हां नौजवानों च जोश सी कि असीं जाना चाहुंदे आ। ये सब कुछ सरकार की प्लैनिंग नाल होया। ये कोई अचनचेत गल्लां नहीं होईयां, पूरी प्लैनिंग दे नाल सारा कुछ वापरिया है। इहनूं कोई तुसीं एक्सीडेंट नहीं कह सकते। सरकार दीयां प्लैनिंगां सी, मीडिया अपना भेजदे सी, उन्हां दे विच बंदे छड्डे होए सी। ते सच जाने उस अंदोलन च वेखिया, सत्थां च बह के बंदे तुहाडा मनोबल डेगण दीयां गल्लां करदे सी। विच बह के कहना लगदा नहीं बिल रद्द होणगे, लगदा नहीं सरकार पैर पिछे चुकेगी। इहदा मतलब पता की सी कि लोकां दे व्यू लैणे कि भला ये कित्थे क बैठे ने। पर जिहड़े उत्थे अपने तंबू गड्ढ के बैठे सी, पक्के आसन ला के बैठे सी, वो बंदे दी गल तो जजमेंट कर जांदे सी। रूप इहदा भावें किसान वाला लगदा, पर अंदरों एक किसानां दे हक विच नहीं है। ये वेखण नूं भावें लगदा कि अंदोलनकारी है, पर इहदी बोली चों बदबू आ रही है कि सरकार की भाषा बोलदा है। क्योंकि सियाणे कहंदे बोलण तो बोलण पाज उघाड़िया, जो मूली पत्ता। बंदे ने मूली खाधी होवे ना, भाई गुरदास जी कहंदे ने, चौं बंदियां च बैठा जदों तक ते रखू मूँह बंद, उदों तक ते ढकिया रहना। पर जदों किते वो बोलण लगा, एक मिनट विच पछाण जाना कि ये बंदे ने मूली खाधी है। बोलण पाज उघाड़िया, जो मूली पत्ता। तो उत्थे अंदोलन च भी ये गल्लां वेखी दियां सी कि जदों तक ते बंदा चुप है, लगदा सी ये भी पक्का ही आसन ला के इत्थे बैठा। पर उहदी बदकिस्मती ये हुंदी सी कि उहदे कोलों रिहा नहीं सी जांदा। जदों उहने अपना व्यू देना, विचार देने, एक मिनट च फड़िया जाना। ये बंदा बैठा जरूर इत्थे है, पर बिठाया इनू सरकार ने। बोली है सरकार दी बोलदा है। ये चाहुंदा किसी ना किसी तरीके नाल ये अंदोलन फेल हो जाए, तो सारे किसान आपो अपने वेखो। जे अज आपां जित के आपो अपने घरां नूं आए ना, ये सिहरा उन्हां परिवारां दे, उन्हां बजुर्गां दे, उन्हां मावां दे जिन्हां ने अपने जी गवाए, तो एक उन्हां दे जिहड़े इस अंदोलन चों एक वार भी अपने घर नहीं गए। कई ऐसे ऐसे परिवार सी उस अंदोलन च जिन्हां ने एक वार भी अपने घर का मूँह नहीं वेखिया। एक प्रण कीता सी। कुंडली बार्डर की गल दसदे हैं, हरियाणे का एक वीर सी, उन्हें पैरी जोड़ा ना पाया। तो उन्होंने एक दिन साडे वीर पुछदे आ भी तू पैरी जुत्ती क्यों नहीं पाई। उनका सच्चाई ये आ भी मेरी जमीन कोई नहीं, मैं इस अंदोलन च वैसे ही ट्राली च बह के आ गया। पर जदों आण के मैं किसानां दा जज्बा वेखिया, इत्थे लंगर वरतदे वेखे, इत्थे बाणी पढ़दी वेखी, इस दा माहौल वेखिया, कहंदा मैं एक अपने आप नाल प्रण कीता। की कीता? जदों तक असी इत्थों जित के वापस नहीं जाते, मैं अपने पैरी जोड़ा नहीं पावांगा। एक उहदा अपना एक प्रण सी, उहदी अपनी एक कमिटमेंट सी कि मैं उदों जावांगा, जोड़ा पावांगा अपने पैरी जदों ये अंदोलन जितया गया। कोई जज्बा सी ना अंदर। किसी नूं पुछया नौजवाना तूं घर नहीं गया, कहंदा हुण ते उदों ही जावांगा जदों ये अंदोलन जितया गया। कुछ नौजवान ऐसे सी, एक नौजवान के घर 8-10 सालों बाद उहदे घर बेटे ने जन्म लिया। उन्होंने घरों फोन आउंदा आ जा तेरे घर पुत्र ने जन्म लिया। वो कहंदा हुण पुत्र दा मूँह उदों वेखांगा जदों इत्थों असीं जित के वापस जावांगे। ये सी जज्बा, ये सी अंदर दी युरत जिहड़ी सानूं किते ना किते इस अंदोलन दे विच
ਜਾਗਦੀ ਰੱਖਦੀ ਸੀ। ਪਰ ਬੜੇ ਲੋਕ ਆਏ ਰੋਟੀਆਂ ਸੇਕਣ ਵਾਸਤੇ, ਬਹੁਤ ਕੁਝ ਆਪਣੇ ਆਪਣੇ ਲੋਕਾਂ ਨੇ ਹੱਥ ਕੰਡੇ ਵਰਤਣ ਦੀ ਕੋਸ਼ਿਸ਼ ਕੀਤੀ। ਯਾਦ ਰੱਖਿਓ ਪਿਆਰਿਓ, ਮੈਂ ਫਿਰ ਦੁਬਾਰਾ ਬੇਨਤੀ ਕਰਦਾ ਕਿ ਇਹ ਜ਼ਰੂਰ ਯਾਦ ਰੱਖਿਓ ਕਿ ਜਿਹੜੀਆਂ ਸਰਕਾਰਾਂ ਨੇ ਇਹ ਕਾਨੂੰਨ ਬਣਾਏ, ਲਾਗੂ ਕੀਤੇ, ਪਾਸ ਕੀਤੇ, ਬੜੇ ਹੱਥ ਜੋੜਨਗੇ, ਪੈਰਵੀ ਪੈਣਗੇ ਵੋਟਰਾਂ। ਉਹਨਾਂ ਨੂੰ ਪਤਾ ਹੈ ਇਹਨਾਂ ਦੇ ਪੈਰੀ ਪੈਣ ਨਾਲ ਸਾਨੂੰ ਕੁਰਸੀ ਮਿਲਣੀ ਹੈ, ਇਹਨਾਂ ਦੇ ਗਾੜੀ ਮੱਥਾ ਟੇਕਣ ਨਾਲ ਅਸੀਂ ਫਿਰ ਸੱਤਾ 'ਚ ਆਉਣਾ। ਉਹ ਤੁਹਾਡੇ ਗਾੜੀ ਤਰਲੇ ਵੀ ਲੈਣਗੇ, ਤੁਹਾਡੇ ਨਾਲ ਬਰਾਬਰ ਬੈਠ ਕੇ ਰੋਟੀ ਖਾਣ ਦਾ ਨਾਟਕ ਵੀ ਕਰਨਗੇ, ਤੁਹਾਨੂੰ ਜੱਫੀਆਂ ਵੀ ਪਾਉਣਗੇ, ਸਭ ਕੁਝ ਕਰਨਗੇ। ਪਰ ਇੱਕ ਵਾਰ ਆਪਣੀ ਜ਼ਮੀਰ ਨੂੰ ਜਾਗਦਿਆਂ ਰੱਖਿਓ ਕਿ ਉਹਨਾਂ ਦੀਆਂ ਪੋਲੀਆਂ ਗੱਲਾਂ ਵਿੱਚ ਨਹੀਂ ਆਉਣਾ। ਜੇ ਅਸੀਂ ਉਹਨਾਂ ਗੱਲਾਂ 'ਚ ਆਉਂਦੇ ਹਾਂ ਤੇ ਫਿਰ ਉਹ ਪਰਿਵਾਰ, ਉਹ ਮਾਵਾਂ, ਉਹ ਕਿਸਾਨ ਜਿਨ੍ਹਾਂ ਨੇ 1 ਸਾਲ ਤੋਂ ਵੱਧ ਸਮਾਂ ਉੱਥੇ ਅੰਦੋਲਨ 'ਚ ਬਤੀਤ ਕੀਤਾ ਹੈ, ਉਹ ਸਾਨੂੰ ਕਦੀ ਵੀ ਮਾਫ ਨਹੀਂ ਕਰਨਗੇ। ਉਹਨਾਂ ਦੀ ਰੂਹ ਸਾਨੂੰ ਕਦੀ ਮਾਫ ਨਹੀਂ ਕਰੇਗੀ। ਭਾਵੇਂ ਉਹ ਨਛੱਤਰ ਸਿੰਘ ਸੀ, ਭਾਵੇਂ ਗੁਰਵਿੰਦਰ ਸਿੰਘ, ਦਲਜੀਤ ਸਿੰਘ, ਲਵਪ੍ਰੀਤ ਸਿੰਘ, 4 ਸੀ ਨਾ, ਲਖੀਮਪੁਰ ਖੀਰੀ, ਇੱਕ ਰਮਨ ਪੱਤਰਕਾਰ, ਉਹ ਵੀ ਤਾਂ ਕਿਸੇ ਮਾਂ ਦਾ ਪੁੱਤ ਸੀ ਨਾ, ਜਿਨ੍ਹਾਂ ਦੇ ਉੱਤੋਂ ਇਹਨਾਂ ਡਾਕੂਆਂ ਨੇ, ਇਹਨਾਂ ਗੁੰਡਿਆਂ ਨੇ, ਲੁਟੇਰਿਆਂ ਨੇ ਉਹਨਾਂ ਦੇ ਉੱਤੋਂ ਗੱਡੀਆਂ ਚੜ੍ਹ ਕੇ ਉਹਨਾਂ ਨੂੰ ਖਤਮ ਕਰ ਦਿੱਤਾ। ਉਹ ਆਪਣੇ ਆਪ ਗੱਡੀ ਨਹੀਂ ਚੜ੍ਹੀ, ਪੂਰਾ ਪਲੈਨਿੰਗ ਦੇ ਨਾਲ ਉਹਨਾਂ ਦਾ ਕਤਲ ਕੀਤਾ ਗਿਆ। ਕਾਤਲ ਲੋਕ ਨੇ ਜਿਹੜੇ ਫਿਰ ਤੁਹਾਡੇ ਕੋਲ ਵੋਟਾਂ ਮੰਗਣ ਲਈ, ਫਿਰ ਤੁਹਾਡੇ ਕੋਲ ਉੱਦਾਂ ਆਣ ਕੇ ਗਿੜਗੜਾਉਣਗੇ। ਚੇਤਾ ਰੱਖਣਾ ਇਹ ਚਿਹਰਾ। ਪਰ ਕਈ ਵਾਰੀ ਸਾਡੇ ਵੀਰ ਭਾਵਨਾ ਦੇ ਵਹਿਣ ਵਿੱਚ ਵਹਿ ਜਾਂਦੇ ਆ, ਉਹਨਾਂ ਦੀਆਂ ਗੱਲਾਂ ਵਿੱਚ ਆ ਜਾਂਦੇ ਆ। ਮੈਂ ਤਾਂ ਪੰਜਾਬ ਦੇ ਹਰ ਦੀਵਾਨ 'ਤੇ ਗੱਲ ਕਹੀ, ਮੈਂ ਨਹੀਂ ਕਹਿੰਦਾ ਕੌਣ ਲੀਡਰ ਚੰਗਾ ਤੇ ਕੌਣ ਮਾੜਾ ਹੈ। ਜਦੋਂ ਅਸੀਂ ਆਪਣੇ ਬੱਚੇ ਨੂੰ ਸਕੂਲ ਵਿੱਚ ਐਡਮਿਸ਼ਨ ਕਰਾਉਣੀ ਹੈ, ਉਦੋਂ ਅਸੀਂ ਕਿਸੇ ਦੇ ਆਖੇ ਨਹੀਂ ਲੱਗਦੇ। ਸਾਨੂੰ ਪਤਾ ਹੁੰਦਾ ਕਿਹੜੇ ਸਕੂਲ ਦੀ ਪੜ੍ਹਾਈ ਵਧੀਆ ਹੈ। ਇੱਕ ਸਕੂਲ ਸਾਡੇ ਘਰ ਤੋਂ ਸਿਰਫ 2 ਕਿਲੋਮੀਟਰ ਦੂਰ ਹੈ, ਇੱਕ ਸਕੂਲ ਸਾਡੇ ਘਰ ਤੋਂ 8 ਕਿਲੋਮੀਟਰ ਦੂਰ ਹੈ। ਪਰ ਜੇ ਪੜ੍ਹਾਈ 8 ਕਿਲੋਮੀਟਰ ਦੂਰ ਵਾਲੇ ਸਕੂਲ 'ਚ ਚੰਗੀ ਹੈ, ਅਸੀਂ ਭਾਵੇਂ ਸਪੈਸ਼ਲ ਗੱਡੀ 'ਤੇ ਬੱਚੇ ਨੂੰ ਛੱਡਣ ਜਾਈਏ, ਅਸੀਂ ਆਪ ਗੱਡੀ 'ਤੇ ਬੱਚੇ ਨੂੰ ਲੈ ਕੇ ਜਾਂਦੇ। ਕਿਹੜੇ ਹੌਸਪੀਟਲ ਇਲਾਜ ਵਧੀਆ ਹੈ, ਕਿਹੜੇ ਦੁਕਾਨ ਤੋਂ ਸਮਾਨ ਵਧੀਆ ਮਿਲਦਾ ਹੈ, ਅਸੀਂ ਆਪ ਜਾ ਕੇ ਪਤਾ ਕਰਦੇ ਹਾਂ। ਜਦੋਂ ਗੱਲ ਆਉਂਦੀ ਹੈ ਲੀਡਰਸ਼ਿਪ ਦੀ, ਧੜਿਆਂ ਦੀ, ਉਦੋਂ ਸਾਡੇ ਲੋਕ ਭਾਵਨਾ ਦੇ ਵਹਿਣ ਵਿੱਚ ਵਹਿ ਜਾਂਦੇ ਨੇ। ਗੁਰੂ ਕਿਰਪਾ ਕਰੇ ਅਸੀਂ ਇਹ ਗੱਲ ਨੂੰ ਚੇਤਾ ਰੱਖਣਾ ਕਿ ਇੱਕ ਚੀਜ਼ ਇਸ ਅੰਦੋਲਨ ਨੇ ਹੋਰ ਸਿਖਾਈ ਕਿ ਜੇ ਆਪਾਂ ਇਕੱਠੇ ਰਹੀਏ, ਸਮਾਜ ਵਿੱਚ ਬੜਾ ਕੁਝ ਬਦਲਿਆ ਜਾ ਸਕਦਾ ਹੈ। ਸਾਡੇ ਇਕੱਠ ਵਿੱਚ ਬੜੀ ਵੱਡੀ ਪਾਵਰ ਹੈ। ਜੇ ਇਕੱਠੇ ਰਹੀਏ, ਜੇ ਐਡੀ ਵੱਡੀ ਫੰਨੇ ਖਵਾਉਣ ਵਾਲੀ ਸਰਕਾਰ ਉਹ ਗੋਡਿਆਂ ਪਰ ਨਹੀਂ ਹੋ ਸਕਦੀ ਹੈ, ਉਹ ਘੁਟਨੇ ਟੇਕ ਸਕਦੀ ਹੈ। ਇਹ ਕੋਈ ਸੌਖਾ ਕੰਮ ਨਹੀਂ ਸੀ। ਜਿੱਦਣ PM ਨੇ 19 ਨਵੰਬਰ ਨੂੰ ਇਹ ਸਟੇਟਮੈਂਟ, ਇਹ ਬਿਆਨ ਦਿੱਤਾ ਕਿ ਮੈਂ ਸਮੁੱਚੇ ਕਿਸਾਨ ਦੇਸ਼ ਦੇ ਕਿਸਾਨਾਂ ਕੋਲੋਂ ਹੱਥ ਜੋੜ ਕੇ ਖਿਮਾ ਮੰਗਦਾ ਕਿ ਅਸੀਂ ਇਹ 3 ਕਾਨੂੰਨ ਵਾਪਸ ਲੈਂਦੇ ਹਾਂ, ਇਹ ਗੱਲ ਕੋਈ ਇੰਨੀ ਸੌਖੀ ਨਹੀਂ ਸੀ ਕਿ ਜਿਹੜੀ ਜ਼ੁਬਾਨ ਨਾਲ ਕਹਿਣਾ ਇਹ ਅੰਦੋਲਨ ਜੀਵੀ ਲੋਕ ਨੇ, ਇਹ ਤਾਂ ਕਿਸਾਨ ਹੈ ਹੀ ਨਹੀਂ। ਕਿਸਾਨ ਤਾਂ ਖੇਤ ਵਿੱਚ ਹੈ। ਤੁਹਾਨੂੰ ਪਤਾ ਹੋਣਾ ਇਹ ਵੀ ਸ਼ਬਦ ਵੀ ਮੀਡੀਆ ਨੇ ਪ੍ਰਚਾਰੇ ਸੀ, ਕਿਸਾਨ ਤਾਂ ਖੇਤ ਵਿੱਚ ਹੈ, ਇਹ ਕਿਸਾਨ ਨਹੀਂ ਹੈ। ਕਮਾਲ ਦੀ ਗੱਲ ਸੀ, ਉਹਨਾਂ ਕਿਸਾਨਾਂ ਨਾਲ ਹੀ ਮੀਟਿੰਗਾਂ ਕਰਦੇ ਰਹੇ। ਜਦੋਂ ਬਿਆਨ ਦੇਣ ਲੱਗੇ ਇੱਥੇ ਕਿਸਾਨ ਨਹੀਂ ਹੈ। ਜੇ ਕਿਸਾਨ ਨਹੀਂ ਸੀ ਤਾਂ ਫਿਰ ਮਾਫੀ ਕਿਹਨਾਂ ਕੋਲ ਮੰਗੀ? ਇਹ ਗੱਲ ਸਾਰੀਆਂ ਪਰਤਾਂ ਖੁੱਲ੍ਹ ਕੇ ਆ ਗਈਆਂ। ਧੰਨਵਾਦ ਸੋਸ਼ਲ ਮੀਡੀਆ ਦਾ ਵੀ, ਕਿਉਂਕਿ ਨੈਸ਼ਨਲ ਮੀਡੀਆ 'ਤੇ ਵਿਕ ਚੁੱਕਾ ਸੀ। ਉਹ ਤਾਂ ਉਹ ਖਬਰ ਸੁਣਾਉਂਦਾ ਸੀ ਜਿਹੜੀ ਸਰਕਾਰ ਦੇ ਹੱਕ ਵਿੱਚ ਭੁਗਤਦੀ ਸੀ, ਪਰ ਜਿਹੜਾ ਨੈਸ਼ਨਲ ਮੀਡੀਆ ਸੀ ਉਹ ਤਾਂ ਸਰਕਾਰ ਦੀ ਬੋਲੀ ਬੋਲਦਾ ਸੀ। ਪਰ ਜਿਹੜਾ ਜਦੋਂ ਅਸੀਂ ਗੁਰੂ ਦੀ ਬਾਣੀ ਪੜ੍ਹਦੇ ਹਾਂ, ਉਹਨਾਂ ਵੀਰਾਂ ਨੇ, ਉਹਨਾਂ ਭੈਣਾਂ ਨੇ ਬਹੁਤ ਸਾਥ ਦਿੱਤਾ। ਇੱਕ ਨਿੱਕੀ ਨਿੱਕੀ ਘਟਨਾ ਨੂੰ ਸਮਾਜ ਦੇ ਸਾਹਮਣੇ ਰੱਖਣ ਵਿੱਚ ਆਪਣਾ ਯੋਗਦਾਨ ਪਾਇਆ। ਭਾਵੇਂ ਉਹ ਪੱਤਰਕਾਰ ਵੀਰ ਸੀ, ਭਾਵੇਂ ਉਹ TV ਚੈਨਲਾਂ ਵਾਲੇ ਵੀਰ ਸੀ, ਬੜਾ ਨੁਕਸਾਨ ਉਠਾਇਆ, ਬਹੁਤ ਕੁਝ ਉਹਨਾਂ ਨੇ ਆਪਣੇ ਪਿੰਡੇ 'ਤੇ ਹੰਢਾਇਆ, ਪਰ ਸੱਚ ਦੇ ਉੱਤੇ ਪਹਿਰਾ ਦਿੱਤਾ। ਜੇ ਅਸੀਂ ਇਹ 3 ਕਾਲੇ ਕਾਨੂੰਨ ਰੱਦ ਕਰਾਉਣ ਲਈ ਇਕੱਠੇ ਹੋ ਕੇ ਇਹ ਕੁਝ ਕਰ ਸਕਦੇ ਹਾਂ, ਤੇ ਇਹ ਵੀ ਚੇਤਾ ਰੱਖੋ ਕਿ ਜੇ ਸਮਾਜ ਵਿੱਚ ਨਸ਼ੇ, ਰਿਸ਼ਵਤਖੋਰੀ, ਬੇਈਮਾਨੀ, ਸਾਨੂੰ ਕੌਣ ਲੋਕ ਨੇ ਜਿਹੜੇ ਪਾੜ ਜਾਂਦੇ ਨੇ, ਜਿਹੜੇ ਸਾਡੇ ਵਿੱਚ ਆਪਣਾ ਸਾਨੂੰ ਪਾੜ ਕੇ ਤੇ ਰਾਜ ਕਰਦੇ ਨੇ, ਉਹ ਚਿਹਰੇ ਪਹਿਚਾਨਣ ਦੀ ਲੋੜ ਹੈ। ਕਿਉਂਕਿ ਯਾਦ ਰੱਖਣਾ, ਕਦੇ ਵੀ ਪੋਲੀਟੀਕਲ ਲੋਕ ਨਹੀਂ ਚਾਹੁੰਗੇ ਤੁਸੀਂ ਇਕੱਠੇ ਰਹੋ। ਉਹਨਾਂ ਨੂੰ ਪਤਾ ਹੈ ਜੇ ਇਕੱਠੇ ਹੋ ਗਏ ਸਾਡੇ ਕੋਲ ਕੁਰਸੀ ਨਹੀਂ ਰਹਿਣੀ। ਜਦੋਂ ਤੱਕ ਇਹ ਅੱਡ ਨੇ ਅਸੀਂ ਸੱਤਾ ਵਿੱਚ ਰਵਾਂ। ਕਦੀ ਜਾਤ ਦੇ ਨਾਂ 'ਤੇ ਵੰਡਣਗੇ, ਗੋਤਾਂ ਦੇ ਨਾਂ 'ਤੇ ਵੰਡਣਗੇ, ਧਰਮਾਂ ਦੇ ਨਾਂ 'ਤੇ ਵੰਡਣਗੇ। ਸਾਨੂੰ ਇਹਨਾਂ ਚੀਜ਼ਾਂ ਦੇ ਨਾਲ ਵੰਡ ਕੇ ਉਹ ਆਪਣੀ
कुर्सी हासिल करनगे। पर गुरु पातशाह की बाणी चेते रखियो मेरे वीरो, मेरी भैनों, ये अपनी जिंदगी विच रखना कि सतगुर ने साड़ी इज्जत रख लई, आप विच वरते। ये भी इहदे विच भी दो रावां नहीं कि इस अंदोलन विच गुरु पातशाह जी आप वरते, भावें वो लंगरां दे रूप विच, सेवा दे रूप विच, हर एक पक्षों। ते पहली बार होया कि अंदोलन लड़न गए साडे बजुर्ग, उत्थे लंगर ला के बैठे ने, मैडिसन दे, कंबल दे। नहीं तो घरों को बंदा जाता है ना अपने घरों, तो अगले उतों दूजे लोग सेवा करते हैं। जो उतों के लोकल लोग आते सी, प्रशादा छक के जाते सी। तुसीं वेखिया होणियां सैकड़े वीडियो बाद विच आईयां जिथे हिंदू परिवारां दीयां लड़कियां, उन्हां दे अखां विच अथरू सन कि असीं पहली बार वेखिया इन्ने वधिया इंसान 1 साल 13 दिन इत्थे रहे, सानू अपना परिवार महसूस होया। साडे बजुर्गां च आण के उत्थे एक परिवार की वीडियो तुसीं वेखी होनी है जिथे रोज़ मावां धीआं शामां नूं आण के किसानां दे नाल लंगर पकाउंदियां सन। ते ओह किसान भैणां बजुर्ग दसदे सन जदों ओह दोवें मावां धीआं नहीं सी आउंदियां ते अपणियां मावां उडीकदियां सी, अज ओह दोवें मावां धीआं क्यों नहीं आईयां। ते जिद्दण 10 दसंबर नूं आखिरी रात सी, 11 नूं तुरना सी, ते ओह परिवारां दे अखां विच अथरू सी कि साडे कोलों इन्ना सोहना परिवार चला चलिया। उत्थे एक पेट्रोल पंप का मालिक सी जिन्हों पत्रकार आण के पुछदे ने कि जदों दा अंदोलन चलिया तुहानूं बड़ा घाटा पिया होना, तुहाडा तेल नहीं विकिया लगातार 1 साल। पता उस पेट्रोल पंप के मालिक की की स्टेटमेंट सी? वो कहंदा 1 साल जिहड़ा मैं घाटा सिया वो मैनूं परवान है, पर इन्ना सोहना परिवार अज मेरे कोलों विछड़ के घरां नूं जा रहा, ये सदमा मैनूं बर्दाश्त नहीं होएगा। इहदा मतलब इस अंदोलन ने प्यार वंडिया है। तुसीं इत्थे बैठे हो, इत्थे अपने तो थोड़ी दूर कोई रोड ब्लॉक करके बह जाए, सानूं लंघण च मुश्किल आवे ते गंद खलार जावे ते मगरों सानूं पुछण आवे ते आपां स्टेटमेंट देवांगे ना भी भाई इन्हां लोकां ने सानूं बड़ा तंग कीता। अज भी दिल्ली के बार्डरां ते चले जाओ, उत्थों के लोकल लोकां नूं पुछो कि एक किसान 1 साल 13 दिन उत्थे रह के गया, तुहानूं मुश्किल आई, तंगी आई, परेशानी आई, किसी नूं को माड़ा क्या पता क्यों की बोलन गए हो? कहंदे सी असी सवेरे घरों उठदे सी, चाह जाके किसानां कोल पींदे सी, असी काम तो आउंदे सी, प्रशादा किसानां दे जिहड़े सेवादार लंगर ला के बैठे सी, कार सेवा वाले बाबियां ने भी बहुत बड़ा योगदान दिता, बड़े वीरां ने, क्योंकि इहदे विच हर क्योंकि इस अंदोलन ने यहर कढ़िया, इत्थे सानूं इकट्ठियां करके बिठाता। कार सेवा वाले बाबे हो गए, संस्थावां हो गईयां, डॉक्टर वकील, पुलिस अफसर, हर एक वर्ग ने, कलाकार वीर साडे, उन्हां दा भी योगदान आपां भुल नहीं सकते। पंजाबी गाने गाए उन्होंने किसानी नाल संबंधित गाने लिखे, राइटरां ने गाने गाए, हर एक दा बनदा योगदान है, किसी का योगदान भुलाया नहीं जा सकता। अज आपां वीर साडे छोटे वीर नवरीत सिंह जी की मिठी याद विच बैठे हाँ। इहो जे वीर कदी भुलाए नहीं जा सकते जिन्हां ने अपना आप साडे तो कुर्बान करता है। घरों हसदे खेडदे गए पर पैदल तुर के नहीं घर आ सके, कपड़े च लपेट के जदों शरीर घर आउंदा है वो परिवार जानदा है। पर गल फिर उत्थे आण के निबड़दी है कि जाना सारिਆਂ ने आ। जदों असीं वेखदे हाँ कोई किसी दा पुੱਤ नशा पी के मरदा है, उत्थे मां नूं एक झोरा जरूर रहिंदा, कहंदी कोई चंगा करके जांदा, मैं तेरी चंगे दे सिर ते माण नाल सिर तां उच्चा चुक लैंदी। जदों इदां दे कोई साडे नौजवान वीर परिवार, कम से कम परिवार सिर उच्चा चुक के जिंदगी जूण जोगे हुंदे ने कि असीं कोई समाज लई चंगा कीता है। जाना वेखो हर एक माँ बाप नूं अपने बच्चे प्यारे ने। गुरु गोबिंद सिंह सच्चे पातशाह दा इतिहास पढ़दे आ, एक नहीं 4 साहबजादे, ते कमाल की गल है 4 विचों एक दा भी संस्कार करन दा मौका गुरु गोबिंद सिंह नूं आप नहीं मिलिया। तुहाडे विचों जिन्हें हिस्टरी पढ़ी है, गुरु गोबिंद सिंह महाराज जी ने अपने हत्थीं 4 साहबजादियां दे उत्ते खफन तक भी नहीं पाया, अग लाउण दा समा भी नसीब नहीं होया। बीबी शरण कौर उन्होंने वड्डे साहबजादियां दा अंतिम संस्कार किया, छोटियां दा भी नहीं ते वड्डियां दा भी नहीं। गुरु गोबिंद सिंह महाराज जी असीं कित्थे देन दे सकते हैं? इन्नियां रीझां नाल माखोवाल की जमीन खरीद के आनंदपुर साहिब वसाया, ते किड्डी गजब की गल है।
गुरु गोबिंद सिंह महाराज तो लैके छोटे साहबजादियां तक विचे माता गुजर कौर जी किसी भी परिवार के जी का अंतला समा आनंदपुर साहब नहीं आया। वड्डे साहबजादे चमकौर साहब, छोटे साहबजादे फतेहगढ़ साहब, माता गुजर कौर जी ठंडे बुरज तो जिन्होंने धक्का दे के शहीद किया गया, तो आप गुरु गोबिंद सिंह हजूर साहब नदेड़ साहब की धरती से शहादत का जाम पींदे ने। एक भी परिवार का जी, पर गल हौसला वेखो किड्डा बुलंद है। चढ़दी कला विच रह के एवं नहीं सी अल्लाह यार खां जोगी ने आख्या, एक हिंद में तीर्थ है यात्रा के लिए, जहाँ बाप ने बच्चे कटाए खुदा के लिए। कहते तीर्थ स्थान दुनिया ते बहुत ने, पर जो को पूजन योग सत्कार करन योग साडे मुर्दियां दे विच रूह फूकण वाला कोई जगह है, वो फतेहगढ़ साहब है, वो चमकौर साहब है। आओ अपने विरसे नाल जुड़िए, सतगुर की बाणी पढ़िए तो हकों प्रति सानू लड़न दी। वेखो बाणी दा वाक है, जो जन लूझे मने स्यो से पूरे प्रधाना। जिन्हों अपने मन नाल लड़ाई करनी आ जाए, सतगुर की बाणी उन्होंने प्रधान कहती है, उन्होंने आगू कहती है, उन्होंने समाज चंगा कहती है। धन्यवाद साढ़े सारे वीरां दा, इलाका निवासियों का, जिन्हें भी तुसीं दूरां नेड़ियां तो अज भाई नवरीत सिंह जी के इस सालाना समागम के विच हाज़री भरी है। गुरु की गोद विच बैठ के तुसीं बाणी दीआं विचारां सुनिया, गुरु के उपदेश नूं माणिया, गुरु की विचार जिंदगी विच लैके आंदी। जो मंदिर को थामे थम्मण त्यों गुर का शब्द मने अस्थंभण। जदों मन डोलदा होवे, गुरु का शब्द गुरु की विचार साडे मन नूं थम्मी दा काम करदा है। जिवें आपां कोई बिल्डिंग बनाउने आ, लैंटर पाउने आ, उहदे थल्ले कंधां करी दियां ने, बुरजियां करी दियां ने, तां जाके वो लैंटर टिकदा है। इदां जदों मन डावां-डोल हुंदा है, उदों गुरु का शब्द साडे मन नूं चढ़दी कला दे विच रह के जिंदगी जीउण दी प्रेरणा बख्शिश करदा है। गुरु कृपा करे। बहुत बहुत धन्यवाद समुचे परिवार का, माता जी का, पिता जी का, आप सारे परिवार, भैन भरा, दोस्त मित्र, जिन्हें भी तुसी इलाका निवासी सतगुर की गोद में जुड़ के बैठे हो। अपनी जिंदगी में ये उपदेश गुरु का धारण करिए। तो मेरा मैं गुरु की हजूरी च कहना, वीर नवरीत सिंह किते दूर नहीं गए। जदों कोई बाणी नूं असीं पढ़दे आ ना, जिन्हों असीं मौत कहने आ, बाणी पता की कहती है, पवने में पवन समाया, ज्योति में जोत रल जाया, माटी माटी होई एक, रोवण हारे की कवन टेक। शरीर पंजां तत्तां दा बनिया है, अग है, हवा, पानी, आकाश ते धरती, जिन्हों मिट्टी कहने आ। ये पंजे तत्त इकट्ठे हुंदे ने, शरीर होंद विच आउंदा है। ये पंजे तत्त अपने तत्तां विच समा जांदे ने, तत्त मरदे नहीं। हाँ, एक बिल्डिंग दा एक ढांचा डिगदा, जिन्हों असीं मौत कह दिंदे आ। सरबजीत सिंह है, पंज तत्त दिस रहे ने, मैं बोल रहा वां, बस ढांचे की मौत होनी है, ढांचा डिगना है, तत्त अपने तत्तां में जाके समा जाने ने। पवने में पवन समाया, ज्योति में, सारे बोलो, पवने में पवन समाया, ज्योति में जोत रल जाया, माटी माटी होई एक, रोवण हारे की कवन टेक। कहते कौन मुआ? एक क्वेश्चन मार्क है। कहते मरिया कौन है? कवन मुआ रे, कवन मुआ? ब्रह्म ज्ञानी मिल करो विचारा, ये तो चलत पाया। विचार करो, डेथ किहदी हुई है? ढांचे की, ढांचा डिग्गा है, मटीरियल इत्थे ही है। एक बिल्डिंग बनती है, इट्टां भी उत्थों आईयां, सरिया सीमेंट बजरी भी उत्थों आई, लकड़ के दरवाजे भी लगे, बिल्डिंग ढठेगी, मटीरियल तो उत्थे ही पिया ना। मौत होनी है ढांचे की, ढांचा डिग पिया, मटीरियल तो उत्थे ही पिया है। ये खेड गुरु साहब ने सानू समझाती, नहीं तो इन्ना सौखा नहीं सी। बंदा सिंह बहादुर वर्गे योधे के सामने ਉਹਦੇ 4 साल 7 महीने के साहबजादे अजय सिंह नूं धरती ते लम्मा पा के ਉਹਦਾ दिल कढ़ के बाप के मूँह च पाया गया। ये खेड उन्होंने गुरु प्यारिਆਂ ਨੂੰ समझ सी, जिन्हां मावां दे बच्चियां दे निके निके टुकड़े करके गलों में हार पाए गए, पर उन्हां मावां ने सी तक ना आखी। सारा दिन ये जुल्म हुंदा रहा। शामां नूं सोदर दा पाठ करन वक्त उन्हां मावां दे बोल सन, 4 पैर दिन सुख दा बतीत होया है, 4 पैर रहन आई सुख दी बतीत करनी। अज खांदियां पींदियां मौज मस्ती करदे में असीं सैकड़े उलामे दिंदे आ किसान वीर, अपने खेत च पैर पाउण लगियां, अपने खेत च ट्रैक्टर वाड़न लगियां, अपने खेत विच बीज पाउण लगियां,
इन्हां परिवारां दे चेहरे जरूर चेते रख लिओ। बस उन्हां मावां दा चेता रख लिओ। 1 साल 13 दिन जिहड़ियां बजुर्गां ने रातां दिन कट्टे वो चेता रख लिओ। सच्ची गल है, सारे किसान मजदूर जिन्हां ने लगातार इस अंदोलन योगदान पाया, असी कर्जदार रवांगे हमेशा ही उन्हां परिवारां दे, उन्हां मावां दे जिन्हां ने अपने कीमती लाल इस अंदोलन तो कुर्बान किए ने। वीर नवरीत सिंह जी का समुचा परिवार, इलाका निवासी, बहुत महान व्यक्ति इस इलाके के इस अज के समागम च पहुँचे ने। बहुत बुलारिया ने तुहाडे नाल विचारां की सांझ पाउणी है। साडे सरसखेड़े समागम चल रहे सी, आउण दा मौका मिलिया। असीं भी अपने आप नूं भागां वाले समझे हाँ कि असीं अज दे समागम च हाज़री लवाई है। गुरु बख्शिश करे, गुरु की बाणी की विचार नूं अपनी जिंदगी का आधार बना के जीवन का यतन करिए। सारिਆਂ ਦਾ धन्नवाद। गुरु सानू सारिਆਂ नूं मत बुद्ध विचार बख्शिश करे। आओ अपने घरां विच सिੱਖੀ ਦੀ विचार लैके आइए, बाणी आप पढ़िए, सहज पाठ करिए, गुरु के उपदेश नूं अपनी जिंदगी का आधार बनाउण दा यतन करिए। इस समागम विच जिन्हां जिन्हां वीरां ने योगदान पाए ने, तन मन धन करके सेवावां कीतियां, मालक सारिਆਂ नूं चढ़दी कला, तंदुरुस्ती, देह अरोगता बख्शिश करे। विदेशों में बैठे भी वीर जिन्हां दी रूह, जिन्हां दा ध्यान इस अंदोलन दे विच है, सत्कारयोग ढाडी जथियां ने भी तुहाडे नाल आउण वाले समय इतिहास वारां सांझियां करनियां ने। इन्हीं की सेवा प्रवान करियो। विचारां करदियां भुल्लां मेरियां बचन सतगुर जान के हिरदे विच वसाउण दा यतन करियो। बुल्लां दा आवाज़ विच फतेह बुलाओ ते गज के आखो साध संगत जी, वाहिगुरू जी का खालसा, वाहिगुरू जी की फतेह।